ਵਿੱਚ ਗੁਣਾਂ ਦੇ ਸੀਰਤ ਘੜ ਕੇ, ਪੰਜ ਚੋਰਾਂ ਨੂੰ ਮੁੱਢੋਂ ਫੜ ਕੇ, ਜੋ ਅਸਲ ਅਸੂਲੋਂ ਸਵਾਰਦੀਆਂ, ਉਹ ਧਿਆਨ ਦੀਆਂ ਗਹਿਰਾਈਆਂ ਨੇ, ਜੋ ਵਿੱਚ ਪੰਧ ਭੀਤਰੀ ਨੇ ਤਾਰਦੀਆਂ, ਉਹ ਧਿਆਨ ਦੀਆਂ ਗਹਿਰਾਈਆਂ ਨੇ, ਆਤਮ ਜੋ ਪਾਰਲੇ ਪਾਰ ਖਿਲਾਰਦੀਆਂ। ਤੂੰ ਸਤ ਅਖੰਡ ਜੋਤ ਚੈਨਲ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਧਿਆਨ ਵਿੱਚ ਕੀ ਖੋਇਆ। ਧਿਆਨ ਦੇ ਮਾਰਗ ਤੇ ਚੱਲਦਿਆਂ ਹਰ ਇੱਕ ਵਿਅਕਤੀ ਦੀ ਇਹ ਤਮੰਨਾ ਹੁੰਦੀ ਹੈ ਕਿ ਮੈਨੂੰ ਕੁਝ ਦਿਖੇ। ਇਸ ਦੀ ਸਮਝ ਅਸੀਂ ਮਹਾਤਮਾ ਬੁੱਧ ਵੱਲੋਂ ਵਾਕਿਆਤ ਇੱਕ ਤੱਥ ਤੋਂ ਲੈਂਦੇ ਹਾਂ। ਇੱਕ ਵਾਰ ਮਹਾਤਮਾ ਬੁੱਧ ਦੇ ਚੇਲਿਆਂ ਨੇ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਧਿਆਨ ਤੇ ਬੈਠਣ ਉਪਰੰਤ ਕੁਝ ਵੀ ਦਿਖਾਈ ਨਹੀਂ ਦਿੰਦਾ। ਇੰਨੀ ਦੇਰ ਹੋ ਗਈ ਸਾਨੂੰ ਧਿਆਨ ਕਰਦਿਆਂ, ਪਰ ਅਸੀਂ ਕੁਝ ਨਹੀਂ ਪਾ ਸਕੇ। ਸੁਣਿਆ ਤਾਂ ਇਹ ਹੈ ਕਿ ਧਿਆਨ ਤੇ ਬੈਠਣ ਨਾਲ ਕਈ ਉਪਲਬਧੀਆਂ ਹੁੰਦੀਆਂ ਨੇ। ਤੁਸੀਂ ਦੱਸੋ, ਤੁਸੀਂ ਧਿਆਨ ਤੋਂ ਕੀ ਪਾਇਆ ਹੈ? ਤੁਹਾਨੂੰ ਧਿਆਨ ਵਿੱਚ ਕੀ ਉਪਲਬਧ ਹੋਇਆ ਹੈ? ਸਾਨੂੰ ਦੱਸੋ, ਤੁਹਾਨੂੰ ਧਿਆਨ ਵਿੱਚੋਂ ਕੀ ਦਿਸਦਾ ਹੈ ਜੋ ਤੁਸੀਂ ਧਿਆਨ ਕਰਨ ਲਈ ਪ੍ਰੇਰਿਤ ਕਰਦੇ ਹੋ? ਮਹਾਤਮਾ ਬੁੱਧ ਚੇਲਿਆਂ ਦਾ ਸਵਾਲ ਸੁਣ ਕੇ ਮੁਸਕਰਾ ਪਏ ਤੇ ਕਹਿਣ ਲੱਗੇ, ਧਿਆਨ ਤੇ ਬੈਠਿਆਂ ਮੈਨੂੰ ਵੀ ਕੁਝ ਨਹੀਂ ਦਿਸਦਾ, ਸਗੋਂ ਮੈਂ ਧਿਆਨ ਤੇ ਬੈਠਣ ਉਪਰੰਤ ਬਹੁਤ ਕੁਝ ਖੋ ਦਿੱਤਾ ਹੈ। ਮਹਾਤਮਾ ਬੁੱਧ ਦਾ ਇਹ ਜਵਾਬ ਸੁਣ ਕੇ ਚੇਲਿਆਂ ਨੇ ਉਹਨਾਂ ਵੱਲ ਬੜੀ ਹੈਰਾਨੀ ਨਾਲ ਵੇਖਿਆ ਤੇ ਸਵਾਲ ਕੀਤਾ ਕਿ ਇਹ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਕੀ ਖੋ ਦਿੱਤਾ? ਮਹਾਤਮਾ ਬੁੱਧ ਨੇ ਬੜੇ ਹੀ ਪ੍ਰਸੰਨ ਚਿੱਤ ਹੋ ਕੇ ਜਵਾਬ ਦਿੱਤਾ, ਕ੍ਰੋਧ ਖੋਇਆ, ਭੈ ਖੋਇਆ, ਚਿੰਤਾ ਖੋਈ, ਵਾਸਨਾ ਖੋਈ, ਲੋਭ ਖੋਇਆ, ਮੋਹ ਖੋਇਆ, ਇੱਥੋਂ ਤੱਕ ਕਿ ਕੁਝ ਖੋਣ ਦਾ ਡਰ ਵੀ ਖੋਇਆ, ਮੌਤ ਦਾ ਡਰ ਖੋਇਆ, ਕੁਝ ਪਾਉਣ ਦੀ ਚਾਹਤ ਖੋਈ। ਮਹਾਤਮਾ ਬੁੱਧ ਕਹਿਣ ਲੱਗੇ, ਹਰ ਵਿਅਕਤੀ ਧਿਆਨ ਦੀ ਅਵਸਥਾ ਨੂੰ ਉਪਲਬਧ ਹੋਣਾ ਚਾਹੁੰਦਾ ਹੈ, ਪਰ ਪੁਰਾਣਾ ਛੱਡਣ ਲਈ ਤਿਆਰ ਨਹੀਂ ਹੈ। ਜ਼ਿਆਦਾਤਰ ਲੋਕ ਧਿਆਨ ਕਰਦੇ ਸਮੇਂ ਇਹ ਗਲਤੀ ਕਰਦੇ ਨੇ ਕਿ ਉਹ ਧਿਆਨ ਵਿੱਚ ਕੁਝ ਵੇਖਣਾ ਚਾਹੁੰਦੇ ਨੇ, ਕੁਝ ਪਾਉਣਾ ਚਾਹੁੰਦੇ ਨੇ। ਮੇਰੇ ਕਹਿਣ ਤੋਂ ਭਾਵ ਕਿ ਜੇ ਕਿਤੇ ਧਿਆਨ ਵਿੱਚ ਤੁਹਾਨੂੰ ਮੈਂ ਵੀ ਮਿਲ ਜਾਵਾਂ ਤੇ ਤੁਸੀਂ ਮੈਨੂੰ ਵੀ ਨਕਾਰ ਦਿਓ, ਕਿਉਂਕਿ ਮੈਂ ਵੀ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦਾ। ਧਿਆਨ ਨੂੰ ਕੁਝ ਪਾਉਣ ਲਈ ਨਾ ਕਰਦੇ ਹੋਏ ਉਹਨਾਂ ਬੋਝਾਂ ਨੂੰ ਛੱਡਣ ਲਈ ਧਿਆਨ ਕਰੋ ਜੋ ਤੁਸੀਂ ਆਪਣੇ ਉੱਪਰ ਲੱਦੇ ਹੋਏ ਨੇ। ਫਿਰ ਹੀ ਤੁਸੀਂ ਕੁਝ ਨਵਾਂ ਜਾਣ ਸਕੋਗੇ, ਕੁਝ ਅਲੱਗ ਜਾਣ ਸਕੋਗੇ। ਸਾਰੇ ਚੇਲੇ ਬੁੱਧ ਦਾ ਧੰਨਵਾਦ ਕਰਦੇ ਹੋਏ ਕਹਿੰਦੇ ਨੇ ਕਿ ਅੱਜ ਅਸੀਂ ਸਮਝ ਗਏ ਹਾਂ ਕਿ ਧਿਆਨ ਕੀ ਹੈ ਤੇ ਧਿਆਨ ਕਿਵੇਂ ਕੀਤਾ ਜਾ ਸਕਦਾ ਹੈ। ਇਹ ਵਾਕਿਆਤ ਤੱਥ ਜੋ ਮਹਾਤਮਾ ਬੁੱਧ ਦੁਆਰਾ ਆਪਣੇ ਚੇਲਿਆਂ ਨੂੰ ਸਮਝਾਉਣ ਲਈ ਵਾਕਿਆ ਗਿਆ ਹੈ, ਇਸ ਵਿੱਚ ਰੂਹ ਰਸਤੇ ਤੁਰਨ ਵਾਲੇ ਧਿਆਨ ਤੇ ਬੈਠਣ ਵਾਲੇ ਅਨੁਯਾਈਆਂ ਨੂੰ ਗਿਆਨ ਦੁਆਰਾ ਬਹੁਤ ਹੀ ਮਹੱਤਵਪੂਰਨ ਸੇਧ ਪ੍ਰਦਾਨ ਕੀਤੀ ਗਈ ਹੈ। ਅਧਿਆਤਮਕ ਮਾਰਗ ਤੇ ਚੱਲਣ ਵਾਲਿਆਂ ਲਈ ਧਿਆਨ ਤੇ ਬੈਠਣਾ, ਧਿਆਨ ਕਰਨਾ ਇੱਕ ਅਹਿਮ ਪ੍ਰਕਿਰਿਆ ਹੈ। ਇਹ ਇੱਕੋ ਇੱਕ ਸਾਧਨ ਹੈ ਅੰਦਰੂਨੀ ਮਾਰਗ ਨੂੰ ਟਰੈਵਲ ਕਰਨ ਦਾ, ਅੰਦਰੂਨੀ ਯਾਤਰਾ ਨੂੰ ਤੁਰਨ ਦਾ, ਕਿਉਂਕਿ ਖੁੱਲੀਆਂ ਅੱਖਾਂ ਨਾਲ ਤੇ ਬਾਹਰ ਦਾ ਲੋਕ ਜੋ ਤੱਤਾਂ ਦਾ ਮਟੀਰੀਅਲ ਦਾ ਹੈ ਉਸ ਦੀ ਸੈਰ ਹੁੰਦੀ ਹੈ, ਪਰ ਪਲਕਾਂ ਦੀ ਕੁੰਡੀ ਲਾ ਧਿਆਨ ਤੇ ਬੈਠਣ ਦੀ ਜੁਗਤ ਰਾਹੀਂ ਹੀ ਅੰਦਰੂਨੀ ਭੀਤਰ ਦੇ ਮਾਰਗ ਵੱਲ ਜਾਇਆ ਜਾ ਸਕਦਾ ਹੈ, ਜਿਸ ਦਾ ਸੰਬੰਧ ਪਰਮਾਤਮਾ ਨਾਲ ਹੈ। ਤੇ ਇਸ ਅੰਦਰੂਨੀ ਮਾਰਗ ਦੀ ਯਾਤਰਾ ਤੇ ਜਦੋਂ ਵੀ ਜੀਵ ਨਵਾਂ ਤੁਰਦਾ ਹੈ, ਧਿਆਨ ਦੇ ਲਈ ਬੈਠਦਾ ਹੈ, ਤੇ ਹਰ ਇੱਕ ਦੀ ਚਾਹਤ ਹੁੰਦੀ ਹੈ ਕਿ ਮੈਨੂੰ ਕੁਝ ਦਿਖਾਈ ਦੇਵੇ, ਦਰਸ਼ਨ ਦੇ ਦਾਰ ਹੋਵੇ, ਤੇ ਇਸੇ ਚਾਹਤ ਦੇ ਅਧੀਨ ਜੀਵ ਆਪ ਧਿਆਨ ਨੂੰ ਟਿਕਾਉਣ ਦੇ ਲਈ ਕੋਸ਼ਿਸ਼ਾਂ ਵੀ ਕਰਦਾ ਹੈ, ਪਰਮਾਤਮਾ ਨੂੰ ਦੇਖਣਾ ਚਾਹੁੰਦਾ ਹੈ। ਤੇ ਜਦੋਂ ਕੁਝ ਦਿਨਾਂ ਦੇ ਟਿਕਾਊ ਮਗਰੋਂ ਵੀ ਇਸ ਨੂੰ ਅਜਿਹਾ ਕੁਝ ਹਾਸਲ ਨਹੀਂ ਹੁੰਦਾ ਤੇ ਇਸ ਦੇ ਅੰਦਰ ਸਵਾਲ ਖੜੇ ਹੋ ਜਾਂਦੇ ਨੇ। ਕਈਆਂ ਦਾ ਤੇ ਇਹ ਕਥਨ ਹੁੰਦਾ ਹੈ ਕਿ ਕੀ ਬੈਠੀਏ, ਹੁੰਦਾ ਤੇ ਕੁਝ ਹੈ ਨਹੀਂ, ਕੁਝ ਦਿਸੇ ਅੱਗੇ ਤੇ ਬੈਠੀਏ। ਸਭ ਤੋਂ ਪਹਿਲੀ ਗੱਲ ਤੇ ਇਹ ਕਿ ਜਦੋਂ ਅਸੀਂ ਧਿਆਨ ਤੇ ਬੈਠਦੇ ਹਾਂ, ਅਸੀਂ ਕੁਝ ਵੇਖਣ ਦੀ ਚਾਹਤ ਰੱਖ ਕੇ ਬੈਠਦੇ ਹਾਂ, ਕਿਸੇ ਅਵਸਥਾ ਨੂੰ ਉਪਲਬਧ ਹੋਣ ਦੀ ਚਾਹਤ ਰੱਖਦੇ ਹਾਂ। ਤੇ ਇਹ ਜੋ ਚਾਹਤਾਂ ਨੇ ਇਹ ਵੀ ਤੱਤਾਂ ਦੀ ਸੋਚ ਦੀਆਂ ਹੀ ਨੇ, ਕਿਉਂਕਿ ਅਸੀਂ ਧਿਆਨ ਵਿੱਚ ਬੈਠੇ ਵੀ ਤੱਤਾਂ ਦੀ ਸੋਚ ਤੋਂ ਕਲਪਨਾ ਦੇ ਤਹਿਤ ਪਰਮਾਤਮਾ ਦੀ ਤੱਤ ਮਟੀਰੀਅਲ ਦੀ ਸ਼ਕਲ ਲੱਭਦੇ ਹਾਂ। ਇਸ ਅਵਸਥਾ ਨੂੰ ਉਪਲਬਧ ਹੋਣ ਦੀ ਚਾਹਤ ਵੀ ਤੱਤਾਂ ਦੇ ਮਨ ਦੀ ਹੁੰਦੀ ਹੈ, ਪਰ ਗੁਰੂ ਗੁਰਬਾਣੀ ਦੀ ਸੇਧ ਅਨੁਸਾਰ ਧਿਆਨ ਮੈਂ ਨਾ ਆਵੇ ਤਾਂ ਕੋ ਧਿਆਨ ਕੀਜੈ ਧਿਆਈਐ। ਜਿਸ ਨੂੰ ਅਸੀਂ ਲੱਭਦੇ ਹਾਂ ਉਹ ਧਿਆਨ ਵਿੱਚ ਨਹੀਂ ਆਉਂਦਾ, ਕਿਉਂਕਿ ਉਹ ਅਮੂਰਤ ਹੈ, ਜਿਸ ਬਾਰੇ ਫੁਰਮਾਨ ਹੈ ਅਕਾਲ ਮੂਰਤ। ਉਹ ਇਸ ਸਮੇਂ ਦੀ ਮੂਰਤ ਤੋਂ ਪਰਾਂ ਹੈ, ਉਸ ਦਾ ਕੋਈ ਸਰੀਰ ਨਹੀਂ, ਕੋਈ ਸ਼ਕਲ ਨਹੀਂ, ਕੋਈ ਬੁੱਤ ਨਹੀਂ, ਉਹ ਅਤੱਤ ਸਰੂਪ ਹੈ। ਜਿਸ ਤਰ੍ਹਾਂ ਇਸ ਤੱਥ ਵਿੱਚ ਮਹਾਤਮਾ ਬੁੱਧ ਨੇ ਆਪਣੇ ਚੇਲਿਆਂ ਨੂੰ ਉਪਦੇਸ਼ਿਆ ਕਿ ਜੇ ਧਿਆਨ ਵਿੱਚ ਮੈਂ ਵੀ ਆ ਜਾਵਾਂ ਤੇ ਮੈਨੂੰ ਵੀ ਨਕਾਰ ਦੇਣਾ, ਕਿਉਂਕਿ ਕਈ ਵਾਰ ਸਾਡੀ ਸੋਚ ਗੁਰਮੁਰਸ਼ਦ ਦੀ ਤਸਵੀਰ ਨੂੰ ਕਲਪਿਤ ਕਰ ਪਰਮਾਤਮਾ ਸਮਝ ਕੇ ਵੇਖਣ ਲੱਗ ਜਾਂਦੀ ਹੈ। ਤੱਤਾਂ ਦੀ ਸੋਚ ਤੋਂ ਲਾਂਭੇ ਹੋਣ ਦਾ ਉਪਕਰਨ ਹੈ ਧਿਆਨ। ਇਸ ਤੱਥ ਦੀ ਸਿੱਖਿਆ
ਮੁਤਾਬਕ ਅਗਰ ਅਸੀਂ ਕੁਝ ਨਵਾਂ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪੁਰਾਣੇ ਨੂੰ ਛੱਡਣਾ ਪਵੇਗਾ। ਜਿਵੇਂ ਅਸੀਂ ਤੱਤਾਂ ਦੀ ਸੋਚ ਨਾਲ ਮੋਹ ਮਾਇਆ ਦੀ ਪਕੜ ਜਕੜ ਵਿੱਚ ਫਸੇ ਹੋਏ ਹਾਂ, ਅਸੀਂ ਬਾਹਰੀ ਤਲ ਜੋ ਸਥੂਲਤਾ ਹੈ ਉਸ ਨੂੰ ਹੀ ਆਪਣਾ ਮੰਨ ਲਿਆ ਹੈ ਤੇ ਸਾਡੀ ਸੋਚ ਵੀ ਇਸੇ ਨਾਲ ਭਰੀ ਹੋਈ ਹੈ ਤੇ ਇਸੇ ਚਾਹਤਾਂ ਭਰੀ ਸੋਚ ਨਾਲ ਅਸੀਂ ਧਿਆਨ ਤੇ ਬੈਠ ਜਾਂਦੇ ਹਾਂ ਤੇ ਧਿਆਨ ਤੇ ਬੈਠ ਵੀ ਚਾਹਤ ਨੂੰ ਹੀ ਚਿਤਵਦੇ ਰਹਿੰਦੇ ਹਾਂ ਕਿ ਸਾਨੂੰ ਕੁਝ ਦਿਖਾਈ ਦੇਵੇ। ਪਰ ਜਦ ਤੱਕ ਅਸੀਂ ਪਹਿਲਾਂ ਭਰੀ ਹੋਈ ਸੋਚ ਨੂੰ, ਦਿਮਾਗ ਨੂੰ ਖਾਲੀ ਨਹੀਂ ਕਰ ਲੈਂਦੇ, ਤਦ ਤੱਕ ਅਸੀਂ ਨਵੀਂ ਅਵਸਥਾ ਦੇ ਦੀਦਾਰ ਨਹੀਂ ਕਰ ਸਕਦੇ, ਨਵੇਂ ਲੈਵਲ ਦਾ ਗਿਆਨ ਬੋਧ ਨਹੀਂ ਪਾ ਸਕਦੇ। ਜਿਸ ਤਰ੍ਹਾਂ ਇਸ ਤੱਥ ਵਿੱਚ ਮਹਾਤਮਾ ਬੁੱਧ ਵੱਲੋਂ ਬੜੀ ਵੱਡੀ ਹਕੀਕਤ ਨੂੰ ਆਪਣੇ ਚੇਲਿਆਂ ਅੱਗੇ ਪੇਸ਼ ਕੀਤਾ ਗਿਆ ਹੈ ਕਿ ਰੂਟੀਨ ਵਿੱਚ ਧਿਆਨ ਤੇ ਬੈਠਣ ਨਾਲ ਪਹਿਲਾ ਜੀਵ ਪੰਜਾਂ ਵਿਕਾਰੀ ਬਿਰਤੀਆਂ ਤੋਂ ਜਾਣੂ ਹੋ ਇਹਨਾਂ ਤੋਂ ਛੁਟਕਾਰਾ ਪਾਉਂਦਾ ਹੈ। ਉਹ ਸਭ ਕੁਝ ਖੋ ਦਿੰਦਾ ਹੈ ਜਿਸ ਨੂੰ ਇਹ ਭਰਮ ਤਹਿਤ ਆਪਣਾ ਮੰਨ ਕੇ ਬੈਠਾ ਹੁੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਵਾਸਨਾ ਤੋਂ ਛੁੱਟਦਾ ਹੈ। ਧਿਆਨ ਤੇ ਬੈਠਣ ਦੇ ਅਭਿਆਸ ਦੁਆਰਾ ਸਾਡੀ ਊਰਜਾ ਦਾ ਰੂਟ ਚੇਂਜ ਹੋ ਕੇ ਸਾਫ਼ ਸੁਥਰਾ ਹੁੰਦਾ ਹੈ। ਜਿਉਂ-ਜਿਉਂ ਊਰਜਾ ਦਾ ਰੂਟ ਸਾਫ਼ ਹੁੰਦਾ ਹੈ, ਤਿਉਂ-ਤਿਉਂ ਹੀ ਇਹ ਆਪਣੇ ਸਿਖਰ ਨੂੰ ਪਹੁੰਚਦੀ ਹੋਈ ਭੀਤਰ ਮੌਜੂਦ ਅਵਸਥਾਵਾਂ ਦਾ ਅਹਿਸਾਸ ਤੇ ਆਭਾਸ ਕਰਾ ਦਿੰਦੀ ਹੈ। ਪਰ ਅਸੀਂ ਤੱਤਾਂ ਦੀ ਮਾਨਸਿਕ ਸੋਚ ਮਗਰ ਲੱਗ ਕੇ ਉੱਭ ਜਾਂਦੇ ਹਾਂ ਕਿ ਕੁਝ ਪ੍ਰਾਪਤ ਨਹੀਂ ਹੋ ਰਿਹਾ। ਸੋ ਸਭ ਤੋਂ ਅਹਿਮ ਗੱਲ ਸਾਡੇ ਲਈ ਜੋ ਜ਼ਰੂਰੀ ਹੈ ਕਿ ਧਿਆਨ ਦੇ ਅਭਿਆਸ ਤੇ ਬੈਠਣ ਤੋਂ ਪਹਿਲਾਂ ਅਸੀਂ ਇਸ ਚਾਹਤ ਨੂੰ ਤਿਆਗ ਕੇ ਬੈਠੀਏ ਕਿ ਸਾਨੂੰ ਕੁਝ ਦਿਖਾਈ ਦੇਵੇ, ਕੋਈ ਉਪਲਬਧੀ ਹੋਵੇ। ਅਸੀਂ ਖੁਦ ਨੂੰ ਤੇ ਖੁਦ ਦੀ ਸੋਚ ਨੂੰ ਸਾਫ਼ ਕਰਨ ਦੀ ਬਿਰਤੀ ਦੇ ਤਹਿਤ ਧਿਆਨ ਦੇ ਅਭਿਆਸ ਨੂੰ ਅਪਣਾਈਏ, ਆਪਣਾ ਰੂਟੀਨ ਬਣਾਈਏ ਕਿ ਅਸੀਂ ਰੋਜ਼ ਧਿਆਨ ਦੇ ਅਭਿਆਸ ਤੇ ਬੈਠਣਾ ਹੈ ਤਾਂ ਜੋ ਸਾਡੀ ਅੰਦਰੂਨੀ ਸੋਚ ਵੱਧ ਤੋਂ ਵੱਧ ਸਾਫ਼ ਹੋਵੇ, ਸਾਡੇ ਅੰਦਰੋਂ ਕੂੜ ਕਬਾੜ ਤੇ ਉਹ ਚੀਜ਼ਾਂ ਸਾਫ਼ ਹੋ ਜਾਣ ਜੋ ਸਾਨੂੰ ਸਾਡੇ ਮੂਲ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਤੱਕ ਪਹੁੰਚਾਉਣ ਲਈ ਬਾਧਾ ਬਣਦੀਆਂ ਨੇ। ਸੋ ਆਓ ਆਪ ਦੇ ਪਿਤਾ ਮੂਲ ਮਾਲਕ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਅੱਗੇ ਫਰਿਆਦੀ ਹੋਈਏ ਕਿ ਸਾਨੂੰ ਧਿਆਨ ਦੇ ਅਭਿਆਸ ਤੇ ਬੈਠਣ ਦਾ ਉਦਮ ਬਲ ਬਖਸ਼ਿਸ਼ ਕਰਨ ਤਾਂ ਜੋ ਸਾਡੇ ਮਨਾਂ ਉੱਪਰ ਪਈ ਕੂੜ ਕਬਾੜ ਦੀ ਪਰਤ ਲੈ ਜਾਵੇ, ਸਾਡੀ ਸੋਚ ਵੱਧ ਤੋਂ ਵੱਧ ਸਾਫ਼ ਹੋ ਸਕੇ ਤੇ ਅਸੀਂ ਆਪਣੇ ਆਤਮਿਕ ਤਲ ਤੋਂ ਜਾਗ ਜਾਈਏ ਜਿੱਥੇ ਧਿਆਨ ਦੀ ਘਟਨਾ ਘਟਤ ਹੋ ਕੇ ਨਰੋਆ ਜੀਵਨ ਸਟਾਰਟ ਹੁੰਦਾ ਹੈ ਤੇ ਧਿਆਨ ਤੇ ਬੈਠਣ ਦੀ ਇਹੋ ਹੀ ਇੱਕ ਅਹਿਮ ਉਪਲਬਧੀ ਹੈ। ਸਤਿ ਸ੍ਰੀ ਅਕਾਲ।